ਸੋ ਸਟੇਟ ਦਾ ਇੱਕ ਬਹੁਤ ਵੱਡਾ ਜਿਹੜਾ ਯਤਨ ਉਹ ਇਹ ਹਮੇਸ਼ਾ ਰਹਿੰਦਾ ਵੀ ਪੰਜਾਬ ਕੋਲੇ ਪੰਜਾਬ ਪੱਖੀ ਪੋਲਿਟਿਕਸ ਨਾ ਹੋਵੇ। ਇੱਥੇ ਇੰਟਰਸਟ ਉਹਨਾਂ ਦੇ ਹੋਰ ਹੁੰਦੇ ਆ, ਉੱਥੇ ਇੰਟਰਸਟ ਉੱਥੇ ਜਾ ਕੇ ਬਦਲ ਜਾਂਦੇ ਆ। ਕੇਜਰੀਵਾਲ ਇੱਥੇ ਆ ਕੇ ਸਾਨੂੰ ਇਹ ਕਹਿੰਦਾ ਵੀ ਮੈਂ ਪੰਜਾਬ ਦੇ ਹੱਕ ਪੰਜਾਬ ਨੂੰ ਲੈ ਕੇ ਦੇਵਾਂਗਾ। ਦਿੱਲੀ ਜਾਂਦੇ ਹੀ ਪੰਜਾਬ ਦੇ ਹੱਕਾਂ ਦੀ ਗੱਲ ਭੁੱਲ ਜਾਂਦੇ ਆ। ਜੇ ਪੰਜਾਬ ਦੇ ਹੱਕ ਲੈ ਕੇ ਦੇਵੋਗੇ ਤਾਂ ਜਿਹੜਾ ਦਿੱਲੀ ਨੂੰ ਪੰਜਾਬ ਦਾ ਪਾਣੀ ਜਾਂਦਾ ਉਹਦਾ ਮੁੱਲ ਦੇ ਦਿਓ ਸਾਨੂੰ। ਦੈਨ ਕਨਸਟੀਟਿਊਸ਼ਨ ਇਹ ਕਹਿੰਦੀ ਹੈ ਰਾਈਟ ਟੂ ਲਾਈਫ ਸ਼ੁੱਡ ਬੀ ਪ੍ਰੋਟੈਕਟਡ। ਜੇ ਰਾਈਟ ਟੂ ਲਾਈਫ ਪ੍ਰੋਟੈਕਟ ਹੋਣਾ ਚਾਹੀਦਾ ਤਾਂ ਸਾਡੇ ਬੰਦੀ ਸਿੰਘਾਂ ਦਾ ਰਾਈਟ ਟੂ ਲਾਈਫ ਕਿਉਂ ਨਹੀਂ ਪ੍ਰੋਟੈਕਟ ਹੋ ਰਿਹਾ, ਕਿਉਂ ਨਹੀਂ ਆਨਰ ਕੀਤਾ ਜਾ ਰਿਹਾ? ਗੁਲਾਮੀ ਦਾ ਅਹਿਸਾਸ ਸਾਨੂੰ ਕਿੱਥੋਂ ਹੁੰਦਾ? ਇਹਨਾਂ ਗੱਲਾਂ ਤੋਂ ਹੀ ਹੁੰਦਾ ਨਾ। ਗੁਲਾਮੀ ਕੋਈ ਸਾਡੇ ਗਲਾਂ 'ਚ ਸੰਗਲ ਥੋੜੀ ਪਾਇਆ ਜਾਊਗਾ। ਸਾਡੀ ਮਾਂ ਬੋਲੀ ਲਈ ਸਾਨੂੰ ਕਿੱਡਾ ਵੱਡਾ ਸੰਘਰਸ਼ ਕਰਨਾ ਪੈਂਦਾ ਤੇ ਹਿੰਦੀ ਬਿਨਾਂ ਕਿਸੇ ਸੰਘਰਸ਼ ਤੋਂ ਪੰਜਾਬ 'ਚ ਐਸਟੈਬਲਿਸ਼ ਹੋ ਜਾਂਦੀ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਅੱਜ ਤੱਕ ਆਪਦੀ ਕੌਮੀਅਤ ਦੀ ਗੱਲ ਕੀਤੀ ਹੈ ਤੇ ਸੋਵਰੇਨਟੀ ਦੀ ਗੱਲ ਕੀਤੀ ਹੈ, ਜਿਹੜਾ ਕਿਸੇ ਵੀ ਡੈਮੋਕ੍ਰੇਸੀ ਨੂੰ ਅਕੋਮੋਡੇਟ ਕਰਨੀ ਚਾਹੀਦੀ ਹੈ ਇਹ ਗੱਲ। ਇੱਥੇ ਮੁੱਖ ਮੰਤਰੀ ਉਹਨਾਂ ਨੂੰ ਬਣਾਇਆ ਜਾਂਦਾ ਜਿਹੜੇ ਦਿੱਲੀ ਦੇ ਮੋਹਰੇ ਬਣ ਜਾਂਦੇ ਆ। ਜਿਹੜੀ ਸਾਡੀ ਸਿੱਖ ਬੱਚੀ ਨਾਲ ਜੋ ਤੁਸੀਂ ਦਰਿੰਦਗੀ ਕੀਤੀ ਆ, ਸ਼ਾਂਤੀ ਮਾਰਚ ਦੀ ਜ਼ਰੂਰਤ ਤਾਂ ਦਿੱਲੀ 'ਚ ਆ। ਤੁਸੀਂ ਉੱਥੇ ਜਾ ਕੇ ਕਰੋ ਨਾ ਸ਼ਾਂਤੀ ਮਾਰਚ। ਸਾਨੂੰ ਕਿਉਂ ਸ਼ਾਂਤੀ ਮਾਰਚ ਇੱਥੇ ਆ ਕੇ ਦਿਖਾਈ ਜਾਂਦੇ ਹੋ? ਕਾਮਰੇਡਾਂ ਦਾ ਕੀ ਕੰਮ ਹੁੰਦਾ ਸੀ? ਸਰਕਾਰ ਦਾ ਮਾਊਥ ਪੀਸ ਬਣਨਾ। ਇਹ ਬਾਕੀ ਬੰਦਿਆਂ ਨੇ ਵੀ ਇਹੀ ਕੰਮ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਆਸ ਸੀ ਕਿ ਦੀਪ ਹੋਰੀ ਅੱਗੇ ਲਾ ਕੇ ਤੇ ਕੋਈ ਸਾਡੇ ਲਈ ਇੱਕ ਹੋਰ ਮੁਕੰਮਲ ਰਾਹ ਬਣਾਉਣਗੇ। ਕੀ ਸੋਚ ਰਹੇ ਹੋ ਇਹਦੇ ਬਾਰੇ? ਜਦੋਂ ਆਪਾਂ ਇਹ ਕਹਿੰਦੇ ਸੀ ਵੀ ਇਹ ਕਿਸਾਨੀ ਸੰਘਰਸ਼ ਨਹੀਂ ਹੈ, ਹੋਂਦ ਦੀ ਲੜਾਈ ਹੈ ਸਾਡੀ, ਉਸ ਵੇਲੇ ਸਾਡੇ ਵਾਸਤੇ ਹੋਂਦ ਦੀ ਲੜਾਈ ਬਣੀ ਹੋਈ ਸੀ ਇਹ। ਤੇ ਹੋਂਦ ਦੀ ਲੜਾਈ ਮੁੱਕੀ ਥੋੜੀ ਹੈ। ਤੇ ਫਿਰ ਹੋਂਦ ਨੂੰ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗੇ ਜਰਨੈਲ ਹੀ ਬਚਾ ਕੇ ਬੈਠੇ ਆ। ਦੂਜੇ ਤਾਂ ਦਿੱਲੀ ਨਾਲ ਸਮਝੌਤਾ ਕਰਕੇ ਬਹੁਤ ਪਹਿਲਾਂ ਹੀ ਤੁਹਾਡੀ ਗੈਰਤ ਤੇ ਤੁਹਾਡੀ ਹੋਂਦ, ਤੁਹਾਡੀ ਪਛਾਣ ਸਭ ਕੁਝ ਵੇਚ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਗੜ੍ਹ ਹਲਕੇ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਚੋਣ ਪ੍ਰਚਾਰ ਲਈ ਦੀਪ ਸਿੱਧੂ ਪਹੁੰਚੇ ਨੇ। ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਇਸ ਵਾਰ ਅਮਰਗੜ੍ਹ ਹਲਕੇ ਤੋਂ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੇ ਨੇ, ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ TV 84 ਤੇ ਜੀ ਨੂੰ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜੀ ਦੀਪ ਭਾਈ, ਅੱਜ ਤੁਸੀਂ ਇੱਥੇ ਚੋਣ ਪ੍ਰਚਾਰ ਲਈ ਆਏ ਹੋ। ਹਾਂਜੀ। ਕਿਵੇਂ ਲੱਗ ਰਿਹਾ? ਅੱਜ ਤੁਸੀਂ ਇੱਕ ਪੂਰਾ ਦਿਨ ਲਾਇਆ ਕਿ ਇਹ ਜਿਹੜੀ ਚੋਣ ਮੁਹਿੰਮ ਆ ਇਹਨੂੰ ਲੋਕਾਂ ਨੂੰ ਦੇਖਿਆ, ਲੋਕਾਂ ਦੇ ਇਕੱਠ ਦੇਖੇ ਆ, ਕੀ ਫੀਲ ਕਰ ਰਹੇ ਹੋ? ਦੇਖੋ, ਫੀਲ ਜਦੋਂ ਆਪਦੀ ਕੌਮੀਅਤ ਦਾ ਅਹਿਸਾਸ ਮਿਲੇ, ਉਹ ਸੰਗਤ 'ਚੋਂ ਮਿਲੇ, ਤੇ ਆਪਦੀ ਸੋਵਰੇਨਟੀ ਦਾ ਇੱਕ ਅਹਿਸਾਸ ਸੰਗਲ 'ਚੋਂ ਮਿਲੇ ਵੀ ਇਹਦਾ ਮਤਲਬ ਅਸੀਂ ਜਿਨ੍ਹਾਂ ਕਿਸਾਨੀ ਸੰਘਰਸ਼ 'ਚ ਜਿਨ੍ਹਾਂ ਅਕੀਦਿਆਂ ਲਈ ਸੰਘਰਸ਼ ਕੀਤਾ ਜਾਂ ਜਿਹੜਾ ਇੱਕ ਬਿਰਤਾਂਤ, ਇੱਕ ਨੈਰੇਟਿਵ ਖੜ੍ਹਾ ਕੀਤਾ, ਉਹ ਅੱਜ ਕਿੱਥੋਂ ਤੱਕ ਪਹੁੰਚ ਗਿਆ ਤੁਹਾਡੇ ਸਾਹਮਣੇ ਆ। ਜੋ ਲੋਕਾਂ ਦਾ ਰਿਸਪੌਂਸ ਆ। ਹਾਲਾਂਕਿ ਬਾਕੀ ਪਾਰਟੀਆਂ ਨੇ ਕਿੱਡੇ ਵੱਡੇ ਵੱਡੇ ਹੈਂਡ ਆਊਟਸ ਦਿੱਤੇ ਹੈ ਨਾ, ਵੀ ਅਸੀਂ ਤੁਹਾਨੂੰ ਪੈਸੇ ਵੀ ਦੇਵਾਂਗੇ, ਅਸੀਂ ਗੈਸ ਸਿਲੰਡਰ ਵੀ ਦੇਵਾਂਗੇ, ਅਸੀਂ ਸਕੂਟਰੀਆਂ ਵੀ ਦੇਵਾਂਗੇ, ਅਸੀਂ ਤੁਹਾਨੂੰ ਹੋ ਸਕਦਾ ਉਹ ਇੰਪਲੋਇਮੈਂਟ ਦੀ ਗੱਲ ਕਰਦੇ ਆ, ਐਜੂਕੇਸ਼ਨ ਦੀ ਗੱਲ ਕਰਦੇ ਆ। ਪਰ ਜਿਹੜਾ ਦਿਲਾਂ 'ਚ ਜਗ੍ਹਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਣਾਈ ਆ, ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆ, ਹਮੇਸ਼ਾ ਪੰਜਾਬ ਦੀ ਕੌਮੀਅਤ ਖਾਤਰ ਖੜ੍ਹੇ ਆ, ਸਾਡੀ ਸੋਵਰੇਨਟੀ ਦੀ ਜਿਹੜੀ ਦਾਅਵੇਦਾਰੀ ਆ ਉਹ ਪੇਸ਼ ਕਰਦੇ ਰਹੇ ਆ। ਸੋ ਲੋਕਾਂ 'ਚ ਤੁਹਾਡੇ ਸਾਹਮਣੇ ਆ ਜੀ ਉਹਨਾਂ ਦਾ ਕਿੰਨਾ ਅਸਰ ਰਸੂਖ ਆ ਤੇ ਕਿੰਨੀ ਇੱਜ਼ਤ ਆ, ਕਿਵੇਂ ਲੋਕ ਉਹਨਾਂ ਨੂੰ ਨਿਵਾਜ਼ਦੇ ਆ, ਆਪਦੇ ਜਰਨੈਲ ਵਾਂਗੂ ਦੇਖਦੇ ਆ ਉਹਨਾਂ ਨੂੰ। ਦੀਪ ਭਾਈ, ਪੰਜਾਬ ਦੀ ਇਸ ਵਾਰ ਦੀ ਇਲੈਕਸ਼ਨ ਜਿਹੜੀ ਆ ਉਹਦੇ ਵਿੱਚ ਮਾਨ ਸਾਹਿਬ ਦਾ ਆਪਣਾ ਇੱਕ ਹਲਕੇ 'ਚ ਬਹੁਤ ਵੱਡਾ ਆਧਾਰ ਆ, ਬਹੁਤ ਵੱਡਾ ਉਹਨਾਂ ਦੀ ਇੱਕ ਇੱਜ਼ਤ ਆ, ਉਹ ਕਮਾਈ ਹੋਈ ਇੱਜ਼ਤ ਆ। ਪਰ ਬਾਕੀ ਪੰਜਾਬ ਦੀ ਗੱਲ ਕਰਨੀ ਹੋਵੇ ਤਾਂ ਉੱਥੇ ਇੱਕ ਤਿਕੋਣਾ ਮੁਕਾਬਲਾ ਨਜ਼ਰ ਆ ਰਿਹਾ। ਆਮ ਆਦਮੀ ਪਾਰਟੀ ਇੱਕ ਬਦਲਾਅ, ਲੋਕ ਆਮ ਆਦਮੀ ਪਾਰਟੀ ਨੂੰ ਇੱਕ ਬਦਲਾਅ ਵਜੋਂ ਦੇਖ ਰਹੇ ਨੇ। ਤਾਂ ਤੁਸੀਂ ਇਸ ਉਭਾਰ ਨੂੰ ਜਾਂ ਲੋਕਾਂ ਦੀ ਇਹ ਸਮਝ ਨੂੰ, ਜੇ ਤੁਸੀਂ ਇਹਦੇ 'ਤੇ ਕੀ ਟਿੱਪਣੀ ਕਰਨੀ ਚਾਹੋਗੇ? ਦੇਖੋ, ਇਹ ਗੱਲ ਦੀ ਸਾਨੂੰ ਸਮਝ ਹੋਣੀ ਚਾਹੀਦੀ ਹੈ ਤੇ ਬਹੁਤ ਲੋਕਾਂ ਨੂੰ ਹੈ ਵੀ। ਜਿਹੜਾ ਇਹ ਪੂਰਾ ਇਲੈਕਸ਼ਨ ਪ੍ਰੋਸੈਸ ਹੈ ਨਾ, ਵੋਟ ਪੋਲੀਟਿਕਸ ਦਾ, ਇਹ ਸਟੇਟ ਦਾ ਹੀ ਇੱਕ ਪੈਦਾ ਕੀਤਾ ਹੋਇਆ ਸਿਸਟਮ ਆ। ਅਤੇ ਸਟੇਟ ਇਸ ਸਿਸਟਮ 'ਚ ਉਹਨਾਂ ਬੰਦਿਆਂ ਨੂੰ ਹੀ ਉਭਾਰਦੀ ਆ, ਉਹਨਾਂ ਪਾਰਟੀਆਂ ਨੂੰ ਉਭਾਰਦੀ ਆ ਜਿਹੜੇ ਉਹਨਾਂ ਦੇ ਅਕੋਰਡਿੰਗਲੀ ਚੱਲਦੀਆਂ। ਜਿਵੇਂ ਦਿੱਲੀ ਤੋਂ ਆ ਸਾਰੀਆਂ ਜਿਹੜੀਆਂ ਪਾਰਟੀਜ਼ ਆ ਤਿਕੋਣਾ ਜਿਨ੍ਹਾਂ 'ਚ ਮੁਕਾਬਲਾ ਹੋ ਰਿਹਾ, ਇਹ ਤਿੰਨੇ ਦਿੱਲੀ ਤੋਂ ਆਪਰੇਟ ਕਰਦੀਆਂ। ਸੋ ਸਟੇਟ ਦਾ ਇੱਕ ਬਹੁਤ ਵੱਡਾ ਜਿਹੜਾ ਯਤਨ ਉਹ ਇਹ ਹਮੇਸ਼ਾ ਰਹਿੰਦਾ ਵੀ ਪੰਜਾਬ ਕੋਲੇ ਪੰਜਾਬ ਪੱਖੀ ਪੋਲੀਟਿਕਸ ਨਾ ਹੋਵੇ, ਪੰਜਾਬ
ਪੱਖੀ ਲੀਡਰ ਨਾ ਹੋਣ, ਜਾਂ ਅਸੀਂ ਇੱਕ ਆਪਦੀ ਰਾਜਨੀਤੀ ਨਾ ਸਿਰਜ ਸਕੀਏ ਜਿਹੜੇ ਦਿੱਲੀ ਦੇ ਸਾਹਮਣੇ ਵੀ ਕਈ ਵਾਰੀ, ਕਿਉਂਕਿ ਪੰਜਾਬ ਦੇ ਇੰਟਰਸਟ ਵੱਖਰੇ ਆ, ਦਿੱਲੀ ਦੇ ਇੰਟਰਸਟ ਵੱਖਰੇ ਆ, ਇਹਨਾਂ 'ਚ ਬਹੁਤ ਵਾਰੀ ਕੌਨਫਲਿਕਟ ਆਉਣਾ, ਕਲੈਸ਼ ਹੋਣਾ ਸੁਭਾਵਿਕ ਆ। ਪਰ ਜਿੰਨੇ ਹਜੇ ਤੱਕ ਸਾਡੇ ਲੀਡਰ ਇੱਥੇ ਚਮਕਾਏ ਗਏ ਆ, ਜਿਵੇਂ ਹੁਣ ਭਗਵੰਤ ਮਾਨ ਆ, ਉਹਨਾਂ ਨੂੰ ਦੇਖ ਲਓ ਦਿਨ ਬ ਦਿਨ ਕਿਵੇਂ ਪੇਸ਼ ਕੀਤਾ ਜਾ ਰਿਹਾ। ਉਧਰੋਂ ਆਮ ਆਦਮੀ ਪਾਰਟੀ ਇਹਨਾਂ ਨੂੰ ਪੇਸ਼ ਕਰ ਰਹੀ ਆ, ਕਾਂਗਰਸ ਇੱਕ ਆਪਦੀ ਦਾਅਵੇਦਾਰੀ ਪੇਸ਼ ਕਰ ਰਹੀ ਆ, ਅਕਾਲੀ ਦਲ ਬਾਦਲ ਇੱਕ ਆਪਦੀ ਦਾਅਵੇਦਾਰੀ ਪੇਸ਼ ਕਰ ਰਹੇ ਆ। ਉਹ ਕਿਸੇ ਵੀ ਲੀਡਰ ਨੇ ਪੰਜਾਬ ਦੇ ਹੱਕ 'ਚ ਜਿਹੜੀ ਇੱਕ ਪੋਲੀਟਿਕਸ ਕਰਨੀ ਚਾਹੀਦੀ ਸੀ ਸੈਂਟਰ 'ਚ ਜਾ ਕੇ, ਉਹ ਕਦੇ ਨਹੀਂ ਕੀਤੀ। ਇੱਥੇ ਇੰਟਰਸਟ ਉਹਨਾਂ ਦੇ ਹੋਰ ਹੁੰਦੇ ਆ, ਉੱਥੇ ਇੰਟਰਸਟ ਉੱਥੇ ਜਾ ਕੇ ਬਦਲ ਜਾਂਦੇ ਆ। ਤੁਸੀਂ ਇਹਦੀ ਐਗਜ਼ਾਮਪਲ ਇੱਥੋਂ ਸਮਝੋਗੇ, ਕੇਜਰੀਵਾਲ ਇੱਥੇ ਆ ਕੇ ਸਾਨੂੰ ਇਹ ਕਹਿੰਦਾ ਵੀ ਮੈਂ ਪੰਜਾਬ ਦੇ ਹੱਕ ਪੰਜਾਬ ਨੂੰ ਲੈ ਕੇ ਦੇਵਾਂਗਾ। ਦਿੱਲੀ ਜਾਂਦੇ ਹੀ ਪੰਜਾਬ ਦੇ ਹੱਕਾਂ ਦੀ ਗੱਲ ਭੁੱਲ ਜਾਂਦੇ ਆ। ਜੇ ਪੰਜਾਬ ਦੇ ਹੱਕ ਲੈ ਕੇ ਦੇਵੋਗੇ ਤਾਂ ਜਿਹੜਾ ਦਿੱਲੀ ਨੂੰ ਪੰਜਾਬ ਦਾ ਪਾਣੀ ਜਾਂਦਾ ਉਹਦਾ ਮੁੱਲ ਦੇ ਦਿਓ ਸਾਨੂੰ 1000-2000 ਰੁਪਈਆ ਨਹੀਂ ਚਾਹੀਦਾ, ਤੁਸੀਂ ਇਕੱਲਾ ਮੁੱਲ ਹੀ ਤਾਰ ਦਿਓ ਸਾਡਾ ਉਸ ਪਾਣੀ ਦਾ। ਪਰ ਉੱਥੇ ਜਾ ਕੇ ਉਹ ਸਭ ਕੁਝ ਭੁੱਲ ਜਾਂਦੇ ਆ। ਪ੍ਰੋਫੈਸਰ ਭੁੱਲਰ ਦੀ ਰਿਹਾਈ ਤੋਂ ਕਿਵੇਂ ਭੱਜੇ ਉਹ, ਕਿਸ ਤਰ੍ਹਾਂ ਉਹਨਾਂ ਨੇ ਝੂਠ ਬੋਲੇ, ਤੇ ਉਹ ਸਾਡੇ ਸਾਹਮਣੇ ਆ। ਬੰਦੀ ਸਿੰਘਾਂ ਦੀ ਰਿਹਾਈ ਵੇਲੇ ਆਪਾਂ ਗਵਰਨਰ ਆਫ ਪੰਜਾਬ ਐਂਡ ਹਰਿਆਣਾ ਨੂੰ ਜਾ ਕੇ ਮਿਲੇ, ਉਹਨਾਂ ਨੇ ਕਿੱਡੀ ਵੱਡੀ ਗੱਲ ਕਹੀ ਵੀ ਇੱਕ ਗਵਰਨਰ ਤੁਹਾਨੂੰ ਕਹਿ ਰਿਹਾ ਵੀ ਰਿਹਾ ਮਹੀਨੇ ਦੇ ਅੰਦਰ ਅੰਦਰ ਅਸੀਂ ਸਿੰਘਾਂ ਨੂੰ ਜਿਨ੍ਹਾਂ ਦੇ 25 ਸਾਲ ਤੋਂ ਉੱਤੋਂ ਦੀ ਸੈਂਟੈਂਸ ਸਰਵ ਕਰ ਚੁੱਕੇ ਆ ਉਹਨਾਂ ਨੂੰ ਕਰ ਦਾਂਗੇ। ਕੋਈ ਨਹੀਂ ਅੱਜ ਉੱਥੇ ਮੂਵਮੈਂਟ ਹੀ ਨਹੀਂ ਹੋਈ ਅੱਗੇ। ਸੋ ਸਰਸੇ ਵਾਲੇ ਸਾਧ ਨੂੰ ਉਸੇ ਵੇਲੇ ਰਿਹਾ ਕਰ ਦਿੱਤਾ ਜਾਂਦਾ। 10 ਕੇਸ ਉਹਦੇ 'ਤੇ ਚੱਲਦੇ ਆ, ਜਿਹੜੀ ਬੇਪੱਤੀ ਕੀਤੀ ਆ ਉਹਨਾਂ ਨੇ ਧੀਆਂ ਭੈਣਾਂ ਦੀ, ਅਤੇ ਹਜੇ ਹੋਰ ਇਨਵੈਸਟੀਗੇਸ਼ਨ ਚੱਲ ਰਹੀ ਆ। ਪਰ ਰਿਹਾ ਕਰਕੇ ਅਤੇ ਆਲੀਸ਼ਾਨ ਥਾਂ 'ਤੇ ਉਹਨੂੰ ਨਜ਼ਰ ਉੱਥੇ ਰੱਖ ਦਿੱਤਾ ਜਾਂਦਾ। ਬੰਦੀ ਸਿੰਘਾਂ ਦੀ ਉਹਨਾਂ ਦੀ ਕਿਸੇ ਤਰ੍ਹਾਂ ਦਾ ਕੌਂਡਕਟ ਨਹੀਂ ਦੇਖਦੇ। ਇੱਕ ਗੱਲ ਸਮਝਣ ਵਾਲੀ ਆ ਬਾਈ ਜੀ, ਜਿਹੜੀ ਬਹੁਤ ਜ਼ਰੂਰੀ ਆ, ਐਸਪੀਰੇਸ਼ਨ ਵੱਖਰੀ ਹੋਣੀ ਇਹ ਕੋਈ ਗੁਨਾਹ ਨਹੀਂ ਆ। ਜੇ ਉਹ ਇਸ ਐਸਪੀਰੇਸ਼ਨ ਵੱਖਰੀ ਤੋਂ ਕੋਈ ਕ੍ਰਾਈਮ ਵੀ ਕਰਦੇ ਆ, ਕ੍ਰਾਈਮ ਜਿਹੜਾ ਰੂਲ ਆਫ ਲਾਅ ਦੇ ਹਿਸਾਬ ਨਾਲ ਕ੍ਰਾਈਮ ਬਣ ਜਾਂਦਾ, ਅਤੇ ਉਹਦੀ ਉਹ ਸੈਂਟੈਂਸ ਪੂਰੀ ਕਰ ਚੁੱਕੇ ਆ। ਸੈਂਟੈਂਸ ਪੂਰੀ ਕਰਨ ਤੋਂ ਬਾਅਦ ਜੇ ਬਾਹਰ ਆ ਕੇ ਉਹ ਅੱਜ ਵੀ ਕਹਿਣ ਵੀ ਸਾਡੀ ਐਸਪੀਰੇਸ਼ਨ ਨਹੀਂ ਬਦਲੀ, ਸਾਡੀ ਐਸਪੀਰੇਸ਼ਨ ਉਹੀ ਆ, ਤਾਂ ਵੀ ਕੋਈ ਗੁਨਾਹ ਨਹੀਂ। ਸਟੇਟ ਵੀ ਫੋਰਸ ਨਹੀਂ ਕਰ ਸਕਦਾ ਉਹਨਾਂ ਨੂੰ ਇਹ ਕਹਿਣ ਲਈ ਵੀ ਨਹੀਂ ਤੁਸੀਂ ਆਪਦੀ ਐਸਪੀਰੇਸ਼ਨ ਬਦਲੋ। ਸੋ ਦੈਨ ਕੌਨਸਟੀਟਿਊਸ਼ਨ ਇਹ ਕਹਿੰਦੀ ਆ ਰਾਈਟ ਟੂ ਲਾਈਫ ਸ਼ੁੱਡ ਬੀ ਪ੍ਰੋਟੈਕਟਿਡ। ਜੇ ਰਾਈਟ ਟੂ ਲਾਈਫ ਪ੍ਰੋਟੈਕਟ ਹੋਣਾ ਚਾਹੀਦਾ ਤਾਂ ਸਾਡੇ ਬੰਦੀ ਸਿੰਘਾਂ ਦਾ ਰਾਈਟ ਟੂ ਲਾਈਫ ਕਿਉਂ ਨਹੀਂ ਪ੍ਰੋਟੈਕਟ ਹੋ ਰਿਹਾ, ਕਿਉਂ ਨਹੀਂ ਆਨਰ ਕੀਤਾ ਜਾ ਰਿਹਾ? ਸੋ ਇਹ ਜਿਹੜੇ ਸਟੇਟ ਦੇ ਦੂਰੇ ਮਾਪਦੰਡ ਆ ਨਾ ਸਾਡੇ ਲਈ, ਗੁਲਾਮੀ ਦਾ ਅਹਿਸਾਸ ਸਾਨੂੰ ਕਿੱਥੋਂ ਹੁੰਦਾ? ਇਹਨਾਂ ਗੱਲਾਂ ਤੋਂ ਹੀ ਹੁੰਦਾ ਨਾ। ਗੁਲਾਮੀ ਕੋਈ ਸਾਡੇ ਗਲਾਂ 'ਚ ਸੰਗਲ ਥੋੜ੍ਹੀ ਪਾਇਆ ਜਾਊਗਾ। ਸਾਡੀ ਮਾਂ ਬੋਲੀ ਲਈ ਸਾਨੂੰ ਕਿੱਡਾ ਵੱਡਾ ਸੰਘਰਸ਼ ਕਰਨਾ ਪੈਂਦਾ, ਅਤੇ ਹਿੰਦੀ ਬਿਨਾਂ ਕਿਸੇ ਸੰਘਰਸ਼ ਤੋਂ ਪੰਜਾਬ 'ਚ ਐਸਟੈਬਲਿਸ਼ ਹੋ ਜਾਂਦੀ ਹੈ, ਜਿੱਥੋਂ ਸਾਡੀ ਉਹਦੀ ਬੋਲੀ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਸੀ। ਅੱਜ ਸ਼ਹਿਰਾਂ 'ਚ ਤਾਂ ਖਾਸ ਕਰਕੇ ਬੱਚਾ ਹਿੰਦੀ ਬੋਲਦਾ, ਘਰਾਂ 'ਚ ਵੀ। ਪੰਜਾਬੀ ਅਤੇ ਪੰਥਕ ਕਹਾਉਣ ਵਾਲੇ ਜਿਹੜੇ ਪਰਿਵਾਰ ਆ ਉਹਨਾਂ ਦੇ ਬੱਚੇ ਵੀ ਹਿੰਦੀ ਬੋਲਣ ਲੱਗ ਜਾਂਦੇ ਆ। ਇੱਕ ਐਫਰਟ ਕਰਨੀ ਪੈਂਦੀ ਹੈ ਸਾਨੂੰ ਬੱਚੇ ਨੂੰ ਵੀ ਇਹ ਕਹਿਣ ਵਾਸਤੇ ਵੀ ਨਹੀਂ ਹਿੰਦੀ ਨਹੀਂ, ਪਹਿਲਾਂ ਪੰਜਾਬੀ ਸਿੱਖ ਲਾ ਫਿਰ ਸਿੱਖ ਲਈ। ਸੋ ਇਸ ਕਰਕੇ ਜਦੋਂ ਸਾਡਾ ਆਪਦੇ ਸਿਧਾਂਤਾਂ ਦਾ, ਸਾਡੇ ਅਕੀਦਿਆਂ ਦਾ ਫ੍ਰੀ ਫਲੋ ਨਾ ਹੋਵੇ ਨਾ, ਉੱਥੇ ਤੁਸੀਂ ਗੁਲਾਮ ਹੀ ਹੁੰਦੇ ਹੋ। ਸਾਡੇ ਇੱਥੇ ਹੁਣ ਜਿਹੜੀ ਤਿਕੋਨੇ ਮੁਕਾਬਲੇ 'ਤੇ ਆਪਾਂ ਵਾਪਸ ਆਉਣੇ, ਉਹ ਜਿਹੜੀਆਂ ਪਾਰਟੀਆਂ ਅਤੇ ਲੀਡਰ ਚਮਕਾਏ ਜਾ ਰਹੇ ਆ ਉਹ ਸਾਡੇ ਨਹੀਂ ਆ। ਉਹਨਾਂ ਦੇ ਇੰਟਰਸਟ ਇੱਥੇ ਕੁਛ ਹੋਰ ਅਤੇ ਉੱਥੇ ਦਿੱਲੀ ਜਾ ਕੇ ਕੁਛ ਹੋਰ ਹੁੰਦੇ ਆ। ਸਾਡੇ ਕੋਲ ਇੱਕੋ ਇੱਕ ਲੀਡਰ ਅਤੇ ਇੱਕ ਜਰਨੈਲ ਆ, ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਨੇ ਅੱਜ ਤੱਕ ਆਪਦੀ ਕੌਮੀਅਤ ਦੀ ਗੱਲ ਕੀਤੀ ਹੈ ਅਤੇ ਸੋਵਰੈਂਟੀ ਦੀ ਗੱਲ ਕੀਤੀ ਹੈ, ਜਿਹੜਾ ਕਿਸੇ ਵੀ ਡੈਮੋਕਰੇਸੀ ਨੂੰ ਅਕੋਮੋਡੇਟ ਕਰਨੀ ਚਾਹੀਦੀ ਹੈ ਇਹ ਗੱਲ। ਸੋ ਇਸ ਕਰਕੇ ਮੈਂ ਇਹ ਗੱਲ ਕਹਿਣਾ, ਤੁਸੀਂ ਭਗਵੰਤ ਮਾਨ ਬਾਰੇ, ਮੈਂ ਤੁਹਾਡੀ ਸਪੀਚ ਸੁਣ ਰਿਹਾ ਸੀ, ਤੁਸੀਂ ਭਗਵੰਤ ਮਾਨ ਬਾਰੇ ਬੜਾ ਇੱਕ ਸਖਤ ਸ਼ਬਦ ਵਰਤਿਆ ਕਿ ਉਹ ਭਵਿੱਖ ਦੇ ਵਿੱਚ ਤੁਸੀਂ ਬੇਅੰਤ ਸਿੰਘ ਨਾਲ ਉਹਨੂੰ ਕੰਪੇਅਰ ਕੀਤਾ ਕਿ ਕਾਂਗਰਸ ਦੇ ਜਿਹੜੇ ਮੁੱਖ ਮੰਤਰੀ ਰਹੇ ਆ ਜਿਨ੍ਹਾਂ 'ਤੇ ਫੇਕ ਐਨਕਾਊਂਟਰਸ ਦੀ ਇੱਕ ਪੂਰੀ ਮੂਵਮੈਂਟ ਚਲਾਉਣ ਦਾ ਲੱਗਦਾ ਹੈ ਕਿ ਉਹਨਾਂ ਨੇ ਮੂਵਮੈਂਟ ਚਲਾਈ ਪੂਰੀ ਫੇਕ ਐਨਕਾਊਂਟਰਸ ਦੀ, ਕਿ ਇਹ ਉਹ ਬਣੂਗਾ ਫਿਊਚਰ ਜਾ ਕੇ। ਇਹ ਤੁਸੀਂ ਕਿਸ ਆਧਾਰ 'ਤੇ ਕਹਿ ਰਹੇ ਹੋ? ਵੀ ਦੀਪ ਸਿੱਧੂ ਦੇ ਸ਼ਬਦ ਜਿਹੜੇ ਆ ਬੜੀ ਪੰਜਾਬ ਦੇ ਵਿੱਚ ਅਹਿਮੀਅਤ ਰੱਖਦੇ ਆ, ਉਹਦੀ ਬੜੀ ਇੱਕ ਫੈਨ ਫੋਲੋਇੰਗ ਆ, ਵੀ ਇਹ ਗੱਲ ਤੁਸੀਂ ਕਿਸ ਆਧਾਰ 'ਤੇ ਕਹਿ ਰਹੇ ਹੋ? ਦੇਖੋ ਗੱਲ ਕੀ ਆ, ਇੱਥੇ ਮੁੱਖ ਮੰਤਰੀ ਉਹਨਾਂ ਨੂੰ ਬਣਾਇਆ ਜਾਂਦਾ ਜਿਹੜੇ ਦਿੱਲੀ ਦੇ ਮੋਹਰੇ ਬਣ ਜਾਂਦੇ ਆ। ਇੱਥੇ ਜਿਹੜੇ ਸਾਡੇ DGP ਉਹਨਾਂ ਨੂੰ ਲਾਇਆ ਜਾਂਦਾ ਜਿਹੜੇ ਦਿੱਲੀ ਦੇ ਮੋਹਰੇ ਬਣ ਕੇ ਐਕਟ ਕਰਦੇ ਆ, ਸਾਡੇ 'ਤੇ ਜ਼ਬਰ ਅਤੇ ਜ਼ੁਲਮ ਕਰਦੇ ਆ। ਹੋਏ ਆ KPS ਗਿੱਲ ਨੇ ਸਾਡੇ ਨਾਲ ਕੀ ਕੀਤਾ। ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ, ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਸਾਰੀ ਆਪਦੀ ਤਫਤੀਸ਼ ਕਰ ਰਹੇ ਸੀ, ਜੋ ਫੇਕ ਐਨਕਾਊਂਟਰਸ 'ਚ ਜਾਂ ਜਿਹੜੇ ਸਾਡੇ ਮੁੰਡੇ ਉਸ ਵੇਲੇ ਗਾਇਬ ਹੋਏ, 25,000 ਤੱਕ ਉਹਨਾਂ ਕੋਲ ਲਿਸਟ ਆ ਗਈ ਸੀ। KPS ਗਿੱਲ ਦਾ ਬਿਆਨ ਸੀ ਵੀ 25,000 ਇੱਕ ਕੀ ਕਰਨ 'ਤੇ ਵੀ ਮੈਨੂੰ ਟਾਈਮ ਨਹੀਂ ਲੱਗਣਾ।
ਸਦਾ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਆ, ਪੰਜਾਬ ਖਾਤਰ, ਪੰਜਾਬ ਦੇ ਮੁੱਦਿਆਂ ਖਾਤਰ ਕਦੇ ਕੋਈ ਗੱਲ ਕੀਤੀ ਹੋਵੇ। ਸੋ ਇਸ ਕਰਕੇ ਸਾਡੇ ਬੰਦੇ ਇਹ ਉਹੀ ਚੱਕਦੇ ਆ ਜਿਹੜੇ ਇਹਨਾਂ ਦੇ ਮੋਹਰੇ ਬਣ ਸਕਣ। ਹੁਣ ਜੇ ਸਦਾ ਭਗਵੰਤ ਮਾਨ ਨੂੰ ਚੱਕ ਰਹੇ ਆ ਨਾ, ਇਹ ਗੱਲ ਦੇਖੋ, ਜੇ ਉਹਨਾਂ ਥੱਲੇ ਲੱਗ ਕੇ ਇਹ ਸੈਂਟਰ ਦੇ ਆਪਾਂ ਦੇਖ ਹੀ ਰਹੇ ਹਾਂ, ਜਿਵੇਂ ਹਿੰਦੀ 'ਚ ਟਵੀਟ ਕਰਨ ਲੱਗ ਜਾਂਦੇ ਆ ਜਦੋਂ ਕਿਤੇ ਬਹੁ ਗਿਣਤੀ 'ਤੇ ਕੋਈ ਸਵਾਲ ਉੱਠਦਾ, ਭਗਵੰਤ ਮਾਨ ਵੀ ਬਹੁ ਗਿਣਤੀ ਵੱਲ ਹੋ ਕੇ ਤੇ ਬਹੁ ਗਿਣਤੀ ਨੂੰ ਪਲੀਜ਼ ਕਰਨ ਲੱਗ ਜਾਂਦੇ ਆ। ਭੁੱਲਰ ਸਾਹਿਬ ਦੀ ਰਿਹਾਈ 'ਤੇ ਜੋ ਸਟੇਟਮੈਂਟ ਦੇ ਕੇ ਗਏ, ਜੋ ਝੂਠ ਬੋਲ ਕੇ ਗਏ, ਸਾਡੇ ਸਾਹਮਣੇ ਆ। ਸੋ ਇਹਦਾ ਮਤਲਬ ਕੱਲ੍ਹ ਨੂੰ ਜੇ ਅਸੀਂ ਆਪਦੀ ਕੌਮੀਅਤ ਦੀ ਗੱਲ ਕਰਾਂਗੇ, ਇਹਨਾਂ ਬੰਦਿਆਂ ਨਹੀਂ ਸਾਡੇ ਜਿਹੜੇ ਅਸੀਂ ਜਿਤਾਵਾਂਗੇ। ਹੁਣ ਸਦਾ ਭਗਵੰਤ ਮਾਨ ਵਰਗਿਆਂ ਨਹੀਂ ਸਾਡੇ 'ਤੇ ਜ਼ੁਲਮ ਕਰਨਾ। ਇਹ ਕੋਈ ਗੱਲ ਇਹ ਨਹੀਂ ਸੀ ਵੀ ਸਰਦਾਰ ਬੇਅੰਤ ਸਿੰਘ ਬਹੁਤ ਜ਼ਾਲਮ ਬੰਦੇ ਸੀ। ਜ਼ਾਲਮ ਸਟੇਟ ਨੇ ਬਣਾ ਤੇ ਸਟੇਟ ਦੇ ਨਾਲ ਜਾ ਕੇ ਉਹਨਾਂ ਦੇ ਹਿਸਾਬ ਨਾਲ ਚੱਲਦੇ ਸੀ, ਉਹਨਾਂ ਦੇ ਮੋਹਰੇ ਬਣ ਕੇ ਰਹਿੰਦੇ ਸੀ। ਸੋ ਇਸੇ ਕਰਕੇ ਤੁਸੀਂ ਵੇਖੋ, ਇੱਕ ਗੱਲ ਦੇਖੋ ਕੀ ਸਿਰਜੀ ਜਾ ਰਹੀ ਆ। ਸ਼ਾਂਤੀ ਮਾਰਚ ਕੇਜਰੀਵਾਲ ਪੰਜਾਬ 'ਚ ਆ ਕੇ ਕਰਦਾ ਤਿਰੰਗੇ ਦਿਖਾ ਕੇ। ਹੁਣ ਸ਼ਾਂਤੀ ਮਾਰਚ ਕ੍ਰਾਈਮ ਜਿਹੜਾ ਨੈਸ਼ਨਲ ਕ੍ਰਾਈਮ ਬਿਊਰੋ ਆ, ਉਹਦਾ ਰਿਕਾਰਡ ਇਹ ਕਹਿੰਦਾ ਵੀ ਪੰਜਾਬ 'ਚ ਮਿਨੀਮਮ ਕ੍ਰਾਈਮ ਆ ਦੇਸ਼ 'ਚ, ਸਾਰੇ ਦੇਸ਼ ਤੋਂ। ਅਤੇ ਫਿਰ ਸਾਨੂੰ ਸ਼ਾਂਤੀ ਮਾਰਚ ਦੀ ਜ਼ਰੂਰਤ ਨਹੀਂ ਆ। ਜਿਹੜੀ ਸਾਡੀ ਸਿੱਖ ਬੱਚੀ ਨਾਲ ਜੋ ਤੁਸੀਂ ਦਰਿੰਦਗੀ ਕੀਤੀ ਆ, ਸ਼ਾਂਤੀ ਮਾਰਚ ਦੀ ਜ਼ਰੂਰਤ ਤਾਂ ਦਿੱਲੀ 'ਚ ਆ। ਤੁਸੀਂ ਉੱਥੇ ਜਾ ਕੇ ਕਰੋ ਨਾ ਸ਼ਾਂਤੀ ਮਾਰਚ। ਸਾਨੂੰ ਕਿਉਂ ਸ਼ਾਂਤੀ ਮਾਰਚ ਇੱਥੇ ਆ ਕੇ ਦਿਖਾਈ ਜਾਂਦੇ ਹੋ? ਇਹ ਜਾਣ ਕੇ ਮਾਹੌਲ ਬਣਾਉਂਦੇ ਆ। ਜਿਹੜਾ ਇੱਕ ਕਾਮਰੇਡਾਂ ਦਾ ਕੀ ਕੰਮ ਹੁੰਦਾ ਸੀ, ਸਰਕਾਰ ਦਾ ਮਾਊਥਪੀਸ ਬਣਨਾ, ਇਹ ਬਾਕੀ ਬੰਦਿਆਂ ਨੇ ਵੀ ਇਹੀ ਕੰਮ ਸ਼ੁਰੂ ਕਰਤਾ, ਸਰਕਾਰ ਦਾ ਮਾਊਥਪੀਸ। ਅਤੇ ਸਰਕਾਰ ਉਹ ਜਿਹੜਾ ਨੈਰੇਟਿਵ ਸਿਰਜਦੀ ਆ, ਜਦੋਂ ਤੁਸੀਂ ਆਪਦੇ ਹੱਕਾਂ ਦੀ ਗੱਲ ਕਰਦੇ ਹੋ, ਇਹ ਸਾਰੇ ਬੰਦੇ ਫਿਰ ਉਹਨਾਂ ਦੇ ਮੋਹਰੇ ਬਣ ਕੇ ਆਪਦਾ ਰੋਲ ਨਿਭਾਉਂਦੇ ਆ। ਇਹ ਟੂਲਸ ਬਣਦੇ ਆ ਉਹਨਾਂ ਦੇ। ਇਸੇ ਤਰ੍ਹਾਂ ਤੁਸੀਂ ਇਹ ਵੇਖੋ ਵੀ ਸਾਡੀ ਅੱਜ ਦੀ ਡੇਟ 'ਚ ਇੱਕ ਹੋਰ ਮਾਹੌਲ ਬਹੁਤ ਵੱਡੇ ਲੈਵਲ 'ਤੇ ਸਿਰਜਿਆ ਜਾ ਰਿਹਾ ਵੀ ਪੰਜਾਬ ਦੇ ਜਿਹੜੇ ਇਹ ਨਾ ਮੇਲ ਸ਼ੋਵਨਿਸਟ ਸੋਸਾਇਟੀ ਆ, ਪੈਟਰੀਆਰਕੀ ਆ ਇੱਥੇ ਬਹੁਤ ਵੱਡੇ ਲੈਵਲ 'ਤੇ, ਹੈ ਨਾ। ਹਾਲਾਂਕਿ ਜੇ ਆਪਾਂ ਬਾਕੀ ਸਟੇਟਸ ਨਾਲ ਕੰਪੇਅਰ ਕਰਾਂਗੇ ਤਾਂ ਇਹ ਜਿਹੜੇ ਮਸਲੇ ਸਾਡੇ ਲਈ ਕੋਈ ਮਸਲੇ ਹੀ ਨਹੀਂ ਆ। ਔਰ ਜਿਹੜੇ ਡੋਮੈਸਟੀਕੇਟਡ ਮਸਲੇ ਪੈਦਾ ਹੋਏ ਆ, ਉਹ ਤਾਂ ਹੀ ਪੈਦਾ ਹੋਏ ਆ ਕਿਉਂਕਿ ਅਸੀਂ ਖੁਦ ਮੁਖਤਿਆਰ ਨਹੀਂ ਆ। ਸਾਡੇ ਕੋਲੇ ਸਾਡੀ ਹੋਣੀ ਕਰਨ ਦਾ ਅਧਿਕਾਰ ਵੀ ਨਹੀਂ ਆ। ਸੋ ਸਾਡੇ ਗਲਾਂ 'ਚ ਗੱਲ ਪਾ ਦਿੰਦੇ ਆ, ਫਿਰ ਸਾਨੂੰ ਹੀ ਇਹ ਉਹਦਾ ਦੋਸ਼ੀ ਮੰਨਦੇ ਆ ਅਤੇ ਸਾਡੇ 'ਤੇ ਹੀ ਜ਼ੁਲਮ ਕਰਦੇ ਆ। ਅਤੇ ਆਹ ਸਾਰੇ ਬੰਦੇ ਆ ਜਿਹੜੇ ਇਹ ਟੂਲ ਬਣਦੇ ਆ ਸਰਕਾਰ ਦਾ, ਉਹ ਜ਼ੁਲਮ ਦਾ ਇੱਕ ਪਲੇਟਫਾਰਮ ਸਿਰਜਣ ਵਾਸਤੇ। ਦੀਪ ਬਾਈ, ਫਿਰ ਇਹ ਐਡੀ ਵੱਡੀ ਸਮੱਸਿਆ, ਤੁਸੀਂ ਕਿਸਾਨ ਸੰਘਰਸ਼ ਦੇ ਵਿੱਚ ਤੁਹਾਡੇ ਤੇ ਬੜੇ ਟੈਗ ਲਾਏ ਗਏ, ਆਈਸੋਲੇਟ ਵੀ ਕੀਤਾ ਗਿਆ ਬੁਰੀ ਤਰ੍ਹਾਂ, ਪਰ ਫਿਰ ਵੀ ਦੇਖੋ ਸੋਸਾਇਟੀ ਨੇ ਤੁਹਾਨੂੰ ਆਈਸੋਲੇਟ ਨਹੀਂ ਕੀਤਾ। ਤੁਸੀਂ ਅੱਜ ਪੰਜਾਬ ਦੇ ਪਿੰਡਾਂ 'ਚ ਘੁੰਮ ਰਹੇ ਹੋ, ਲੋਕਾਂ ਦੇ ਵੱਡੇ ਇਕੱਠ ਹੋ ਰਹੇ ਆ ਤੁਹਾਨੂੰ ਸੁਣਨ ਦੇ ਲਈ ਵੀ ਜਿਹੜਾ ਇਹ ਹੁਣ ਪੰਜਾਬ ਇੱਕ ਬਦਲਾਅ ਚਾਹੁੰਦਾ, ਤਾਂ ਜਿਹੜਾ ਉਹ ਬਦਲਾਅ ਹੁਣ ਫਿਰ ਪੰਜਾਬ ਕਿਸਾਨ ਸੰਘਰਸ਼ ਤੋਂ ਵਾਪਸ ਆ ਕੇ ਉਸੇ ਵੋਟਾਂ ਦੀ ਸਿਆਸਤ ਦੇ ਵਿੱਚ ਉਹਨਾਂ ਹੀ ਪਾਰਟੀਆਂ ਦੇ ਪਿੱਛੇ ਤੁਰ ਪਿਆ। ਤੁਸੀਂ ਆਪਣਾ ਰੋਲ ਕਿੱਥੇ ਦੇਖ ਰਹੇ ਹੋ? ਤੁਹਾਨੂੰ ਨਹੀਂ ਲੱਗ ਰਿਹਾ ਵੀ ਤੁਸੀਂ ਕਿਤੇ ਨਾ ਕਿਤੇ ਵੀ ਤੁਹਾਨੂੰ ਕੁਝ ਹੋਰ ਵੱਧ ਕਰਨਾ ਚਾਹੀਦਾ ਸੀ, ਵੀ ਜਿਹੜਾ ਕਿ ਤੁਸੀਂ ਇੱਕ ਮਤਲਬ ਕੋਈ ਰਾਹ ਦਸੇਰਾ, ਲੋਕਾਂ ਨੂੰ ਆਸ ਸੀ ਕਿ ਦੀਪ ਹੋਰੀ ਅੱਗੇ ਲੱਗ ਕੇ ਤੇ ਕੋਈ ਸਾਡੇ ਲਈ ਇੱਕ ਹੋਰ ਮੁਕੰਮਲ ਰਾਹ ਬਣਾਉਣਗੇ? ਕੀ ਸੋਚ ਰਹੇ ਹੋ ਇਹਦੇ ਬਾਰੇ? ਦੇਖੋ ਬਾਈ, ਜਿਹੜੀ ਵੋਟ ਪੋਲੀਟਿਕਸ ਆ ਨਾ, ਇਹ ਆਪਦੇ ਆਪ 'ਚ ਬੜੀ ਕੰਪਲੈਕਸ ਆ। ਔਰ ਵੋਟ ਪੋਲੀਟਿਕਸ ਦੇ ਵਿੱਚ ਇਸ ਇੰਨੇ ਕੌਂਟਰਾਡਿਕਸ਼ਨਸ ਆ ਨਾ ਵੀ ਆਲ ਆਫ ਅ ਸਡਨ ਜੇ ਤੁਸੀਂ ਇਹ ਕਹੋ ਵੀ ਆਪਾਂ ਆ ਕੇ ਇੱਥੇ ਬਹੁਤ ਵੱਡਾ ਫਰਕ ਪਾ ਜਾਵਾਂਗੇ, ਉਹ ਮੁਮਕਿਨ ਨਹੀਂ ਆ। ਰੀਜ਼ਨ ਇਹ ਆ, ਇਹ ਸਟੇਟ ਦਾ ਇੱਕ ਬਣਾਇਆ ਹੋਇਆ ਸਟਰਕਚਰ ਆ। ਸਟੇਟ ਚਾਹੁੰਦੀ ਆ ਵੀ ਤੁਸੀਂ ਸਭ ਪਾਸੇ ਜੇ ਕੌਨਫਲਿਕਟ ਪੋਲੀਟਿਕਸ ਦਾ ਪਾਰਟ ਹੋ ਅਤੇ ਆਪਦੀ ਕੌਮੀਅਤ ਦੀ ਗੱਲ ਕਰਦੇ ਹੋ ਵੀ ਇਹਨੂੰ ਵੋਟ ਪੋਲੀਟਿਕਸ ਵਾਲੇ ਪਾਸੇ ਲੈ ਕੇ ਆਓ ਅਤੇ ਫਿਰ ਅਸੀਂ ਸਾਂਭ ਲਾਂਗੇ। ਹੁਣ ਵੋਟ ਪੋਲੀਟਿਕਸ 'ਚ ਵੀ ਤੁਹਾਡੇ ਪੈਰ ਉਦੋਂ ਤੱਕ ਨਹੀਂ ਲੱਗ ਸਕਦੇ ਜਦੋਂ ਤੱਕ ਕਿਸੇ ਸੰਘਰਸ਼ 'ਚੋਂ ਕੁਝ ਇਵੋਲਵ ਹੋ ਕੇ ਧਿਰ ਨਹੀਂ ਨਿਕਲੀ ਹੋਵੇ। ਕਿਸਾਨੀ ਸੰਘਰਸ਼ 'ਚੋਂ ਇਵੋਲਵ ਹੋ ਕੇ ਧਿਰ ਨਿਕਲ ਸਕਦੀ ਸੀ, ਪਰ ਉੱਥੇ ਸਾਡੇ ਬੰਦਿਆਂ ਨੇ ਸਾਡੇ ਆਪਦੇ ਬੰਦਿਆਂ ਨੂੰ ਹੀ ਆਈਸੋਲੇਟ ਕੀਤਾ, ਉਹਨਾਂ ਨੂੰ ਹੀ ਬਦਨਾਮ ਕੀਤਾ ਅਤੇ ਜਮਾਂ ਜਿਹੜਾ ਸਾਡੇ 'ਤੇ ਦੋਸ਼ ਲਾਉਂਦੇ ਸੀ ਵੀ ਏਕਾ ਤੋੜਦੇ ਆ, ਦੋ ਫਾੜ ਕਰਦੇ, ਉਹ ਆਪ ਕਰੀ ਗਏ। ਅਤੇ ਉਹਨਾਂ ਕੋਲ ਸਟੇਜ ਸੀ, ਸਟੇਜ ਤੋਂ ਝੂਠ ਸਿਰਜੀ ਗਏ। ਲੋਕਾਂ ਨੂੰ ਉਸ ਸਮੇਂ ਤੱਕ ਸਮਝ ਨਹੀਂ ਸੀ ਅਤੇ ਝੂਠ ਉਦੋਂ ਸਿਰਜਿਆ ਜਾ ਰਿਹਾ ਸੀ। ਜੇ ਕਿਤੇ ਸਾਡੀ ਉਹ ਲੀਡਰਸ਼ਿਪ, ਕਿਸਾਨੀ ਲੀਡਰਸ਼ਿਪ ਸੁਹਿਰਦ ਹੁੰਦੀ, ਉਹਨਾਂ ਕੋਲ ਪੋਲੀਟੀਕਲ IQ ਐਂਡ ਮੈਚੋਰਿਟੀ ਹੁੰਦੀ, ਤਾਂ ਉੱਥੋਂ ਇੱਕ ਧਿਰ ਨਿਕਲ ਸਕਦੀ ਸੀ। ਜਦੋਂ ਨੂੰ ਧਿਰ ਕੱਢੀ, ਉਦੋਂ ਧਿਰ ਕੱਢਣ ਦਾ ਹਾਲਾਤ ਹੀ ਨਹੀਂ ਰਹੇ, ਕਿਉਂਕਿ ਜਿਹੜੇ ਹਿਸਾਬ ਨਾਲ ਮੋਰਚਾ ਮੁੱਕਿਆ, ਉਦੋਂ ਉਸ ਪੂਰੇ ਹਾਲਾਤਾਂ 'ਚੋਂ, ਸਰਕਮਸਟਾਂਸਸ 'ਚੋਂ ਕੋਈ ਨਵੀਂ ਪੋਲੀਟੀਕਲ ਧਿਰ ਨਹੀਂ ਨਿਕਲ ਸਕਦੀ ਸੀ। ਉਦੋਂ ਪਹਿਲਾਂ ਸਮਾਂ ਸੀਗਾ ਜਦੋਂ ਆਪਾਂ ਰੌਲਾ ਪਾਉਂਦੇ ਹੁੰਦੇ ਸੀ ਵੀ ਪੰਜਾਬ ਨੂੰ ਆਪਦੀ ਸਿਆਸਤ ਸਿਰਜਣੀ ਚਾਹੀਦੀ ਆ। ਅੱਜ ਜੇ ਮੈਂ ਇਹ ਕਹਾਂ ਵੀ ਮੈਂ ਜਾਂ ਸਾਡੇ ਇੱਕ ਸਾਰੇ ਬੰਦੇ ਜੁੜ ਕੇ ਕੋਈ ਇੱਕ ਧਿਰ ਪੈਦਾ ਕਰ ਦਾਂਗੇ ਅਤੇ ਲੋਕ ਉਹਦੇ 'ਤੇ ਵੋਟ ਪੋਲੀਟਿਕਸ 'ਚ ਵਿਸ਼ਵਾਸ ਕਰਨ ਲੱਗ ਜਾਣਗੇ, ਮੇਰੀ ਸਮਝ ਜਿੱਥੋਂ ਤੱਕ ਬਣਦੀ ਆ ਉਹ ਇਹ ਆ ਵੀ ਬਿਨਾਂ ਕੋਈ ਸੰਘਰਸ਼ ਕੀਤਿਆਂ
ਉਹ ਧਿਰ ਨਹੀਂ ਪੈਦਾ ਹੋ ਸਕਦੀ। ਉਹ ਵੀ ਕਿਸੇ ਇਵੋਲਵ ਜ਼ਰੂਰ ਹੋਣੀ ਆ ਪੰਜਾਬ 'ਚ, ਇੱਕ ਪੋਲੀਟਿਕਸ ਇਵੋਲਵ ਹੋਣੀ ਆ, ਇੱਕ ਲੀਡਰਸ਼ਿਪ ਇਵੋਲਵ ਹੋਣੀ ਆ, ਪਰ ਉਹ ਸੰਘਰਸ਼ 'ਚੋਂ ਇਵੋਲਵ ਹੋਣੀ ਆ, ਜਿਨ੍ਹਾਂ ਕੋਲ ਕ੍ਰੈਡੀਬਿਲਿਟੀ ਹੋਊਗੀ ਅਤੇ ਲੋਕ ਉਹਨਾਂ 'ਤੇ ਭਰੋਸਾ ਫਿਰ ਕਰਨਗੇ। ਉਹ ਇਸੇ ਤਰ੍ਹਾਂ ਆਪਾਂ ਇੱਕ ਥਾਂ 'ਤੇ ਬਹਿ ਕੇ ਮਿਥ ਲਈਏ ਵੀ ਹੁਣ ਆਪਾਂ ਵੋਟ ਪੋਲੀਟਿਕਸ 'ਚ ਜਾ ਕੇ ਬਹੁਤ ਵੱਡਾ ਫਰਕ ਪਾ ਦਾਂਗੇ ਅਤੇ ਇੱਥੋਂ ਇਵੋਲਵ ਹੋ ਜਾਵਾਂਗੇ। ਇਹ ਜਿਹੜੀ ਗੱਲ ਆ ਨਾ, ਇਹ ਇੱਕ ਵਾਰ ਜੂਆ ਖੇਡ ਲਾਂਗੇ ਅਤੇ ਜੇ ਉਸ ਜੂਏ 'ਚ ਆਪਾਂ ਹਾਰ ਗਏ, ਮੁੜ ਕੇ ਸਾਰੀ ਉਮਰ ਤੁਸੀਂ ਪਾਸੇ ਹੋ। ਸੋ ਇਹ ਬਹੁਤ ਸੋਚ ਸਮਝ ਕੇ ਕਰਨ ਵਾਲੀਆਂ ਗੱਲਾਂ, ਅਤੇ ਇਹ ਲੰਬੀ ਲੜਾਈ ਆ ਸਾਡੇ ਲਈ, ਅਤੇ ਇਸ ਕਰਕੇ ਆਪਾਂ ਨੂੰ ਬੜੀ ਸੁਹਿਰਦਤਾ ਨਾਲ ਲੜਨੀ ਪੈਣੀ ਆ। ਬਈ ਆਖਰੀ ਸਵਾਲ ਆ, ਅੱਜ ਤੁਸੀਂ ਮਾਨ ਸਾਹਿਬ ਦੇ ਲਈ ਚੋਣ ਪ੍ਰਚਾਰ ਕਰ ਰਹੇ ਹੋ, ਚੋਣ ਮੁਹਿੰਮ, ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਆਉਣ ਵਾਲੀਆਂ ਇਲੈਕਸ਼ਨਸ ਦੇ ਲਈ? ਦੇਖੋ, ਜਦੋਂ ਕਿਸਾਨੀ ਸੰਘਰਸ਼ ਲੜਦੇ ਸੀ ਆਪਾਂ, ਉਦੋਂ ਆਪਾਂ ਇਹ ਕਹਿੰਦੇ ਸੀ ਵੀ ਇਹ ਫਸਲਾਂ ਦੀ ਲੜਾਈ ਨਹੀਂ ਆ, ਨਸਲਾਂ ਦੀ ਲੜਾਈ ਆ। ਜਦੋਂ ਆਪਾਂ ਇਹ ਕਹਿੰਦੇ ਸੀ ਵੀ ਇਹ ਕਿਸਾਨੀ ਸੰਘਰਸ਼ ਨਹੀਂ ਆ, ਹੋਂਦ ਦੀ ਲੜਾਈ ਆ ਸਾਡੀ, ਉਸ ਵੇਲੇ ਸਾਡੇ ਵਾਸਤੇ ਹੋਂਦ ਦੀ ਲੜਾਈ ਬਣੀ ਹੋਈ ਸੀ ਇਹ, ਅਤੇ ਹੋਂਦ ਦੀ ਲੜਾਈ ਮੁੱਕੀ ਥੋੜ੍ਹੀ ਆ। ਹੋਂਦ ਦੀ ਲੜਾਈ ਜੇ ਲੜ ਰਹੇ ਆ ਅਤੇ ਫਿਰ ਹੋਂਦ ਨੂੰ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗੇ ਜਰਨੈਲ ਹੀ ਬਚਾ ਕੇ ਬੈਠੇ ਆ, ਦੂਜੇ ਤਾਂ ਦਿੱਲੀ ਨਾਲ ਸਮਝੌਤਾ ਕਰਕੇ ਬਹੁਤ ਪਹਿਲਾਂ ਹੀ ਤੁਹਾਡੀ ਗੈਰਤ ਅਤੇ ਤੁਹਾਡੀ ਹੋਂਦ, ਤੁਹਾਡੀ ਪਛਾਣ ਸਭ ਕੁਝ ਵੇਚ ਆਏ। ਸੋ ਇਸ ਕਰਕੇ ਜੇ ਉਸ ਹੋਂਦ ਦੀ ਲੜਾਈ ਨੂੰ ਤੁਸੀਂ ਬਰਕਰਾਰ ਰੱਖਣਾ, ਜੇ ਮਾੜੀ ਮੋਟੀ ਆਪਾਂ ਆਪਦੀ ਪਛਾਣ ਬਚਾ ਕੇ ਰੱਖਣੀ ਆ, ਤਾਂ ਮਾਨ ਸਾਹਿਬ ਨੂੰ ਜਾਂ ਮਾਨ ਸਾਹਿਬ ਦੀ ਪਾਰਟੀ ਦੇ ਜਿੰਨੇ ਵੀ MLA ਦੀ ਇਸ ਚੋਣ 'ਚ ਹਿੱਸਾ ਲੈ ਰਹੇ ਆ, ਜਿਹੜੇ ਨੁਮਾਇੰਦੇ ਆ, ਉਹਨਾਂ ਨੂੰ ਆਪਾਂ ਜਿਤਾਈਏ, ਤਾਂ ਕਿ ਸਾਡੀ ਆਪਦੀ ਇੱਕ ਕੌਮੀਅਤ ਜਿਉਂਦੀ ਰਹੇ। ਇਸ ਵੋਟ ਪੋਲੀਟਿਕਸ 'ਚ ਵੀ ਸਾਡੀ ਇੱਕ ਧਿਰ ਹੋਵੇ, ਜਿਹੜੀ ਸਾਡੇ ਮੁੰਡਿਆਂ 'ਤੇ ਜਦੋਂ ਜ਼ੁਲਮ ਹੋਣ, ਸਾਡੀ ਜਿਹੜੀ ਕੌਮ 'ਤੇ ਜ਼ੁਲਮ ਹੋਣ, ਪੰਜਾਬ 'ਤੇ ਜ਼ੁਲਮ ਹੋਣ, ਉਹਨਾਂ ਦੀ ਆਵਾਜ਼ ਬਣ ਕੇ ਆਪਦੀ ਆਵਾਜ਼ ਬੁਲੰਦ ਕਰ ਸਕੇ। ਹੋਰ ਕਿਸੇ 'ਤੇ ਨਹੀਂ ਧਿੱਜ ਸਕਦੇ, ਇੱਕੋ ਇੱਕ ਇਹ ਪਾਰਟੀ ਆ ਜਿਹਦੇ 'ਤੇ ਧਿੱਜ ਸਕਦੇ ਆ। ਇਹਨਾਂ ਨੂੰ ਇੱਕ ਸਾਜ਼ਿਸ਼ ਅਧੀਨ ਆਈਸੋਲੇਟ ਕੀਤਾ ਗਿਆ। ਪਹਿਲਾ ਫਰਜ਼ ਆਪਾਂ ਨੂੰ ਇਹ ਅਦਾ ਕਰਨਾ ਚਾਹੀਦਾ ਵੀ ਉਸ ਆਈਸੋਲੇਸ਼ਨ 'ਚੋਂ ਇਹਨਾਂ ਨੂੰ ਬਾਹਰ ਖਿੱਚੀਏ ਅਤੇ ਅੱਗੇ ਲੱਗ ਕੇ ਇਹਨਾਂ ਨੂੰ ਜਿਤਾਈਏ, ਤਾਂ ਕਿ ਵੋਟ ਪੋਲੀਟਿਕਸ 'ਚ ਸਾਡੀ ਜਿਹੜੀ ਇੱਕ ਇਫੈਕਟਿਵ ਧਿਰ ਪੈਦਾ ਹੋ ਸਕੇ। ਇਹ ਤੋਂ ਬਿਨਾਂ ਅਸੀਂ ਬੜੇ ਥਾਵਾਂ 'ਤੇ ਖਤਾ ਖਾਂਦੇ ਰਹਾਂਗੇ। ਬਿਲਕੁਲ, ਬਹੁਤ ਧੰਨਵਾਦ ਦੀਪ ਬਾਈ ਤੁਹਾਡਾ। ਦੀਪ ਬਾਈ ਨੇ ਆਪਣਾ ਜੋ ਮੈਸੇਜ ਸੀ ਜਾਂ ਜੋ ਸੋਚ ਰਹੇ ਨੇ ਸਾਰੀ ਇਸ ਪੋਲ ਬਾਰੇ ਜਾਂ ਪੰਜਾਬ ਦੀਆਂ ਇਹਨਾਂ ਵਿਧਾਨ ਸਭਾ ਚੋਣਾਂ ਬਾਰੇ, ਉਹਨਾਂ ਨੇ ਆਪਣੀ ਗੱਲ ਰੱਖੀ ਆ। TV 84 ਨਾਲ ਜੁੜੇ ਸਾਰੇ ਦਰਸ਼ਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਗਲੀ ਵਾਰ ਕਿਸੇ ਹੋਰ ਮੁਲਾਕਾਤ ਲੈ ਕੇ ਤੁਹਾਡੇ ਅੱਗੇ ਪੇਸ਼ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।